आपके काम से ही आपकी पहचान है, वरना एक नाम के हजारों ही इंसान है, एक नाम के हजारों ही इंसान है। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਹੁਣ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ। ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਵਾਰੇ, ਹਾਏ ਕੋ ਵਿਚਾਰਾਂ ਦੀ ਗੱਲ। ਦੋਸਤੋ, ਪਿਛਲੇ ਦਿਨੀ ਖਬਰਾਂ ਆ ਰਹੀਆਂ ਨੇ ਕਿ ਕਾਂਗਰਸ ਦੇ ਕੁਝ ਲੀਡਰ ਜਿਹੜੇ ਹੈ ਉਹ ਫੜੇ ਗਏ ਨੇ, ਜਿਨ੍ਹਾਂ ਦੀਆਂ ਅਮਰਿੰਦਰ ਸਿੰਘ ਹੋਰਾਂ ਨੇ ਫਾਈਲਾਂ ਤਿਆਰ ਕਰਕੇ ਰੱਖੀਆਂ ਹੋਈਆਂ ਸੀ, ਪਰ ਆਪਣੇ ਟਾਈਮ ਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਔਰ ਉਹ ਕਹਿ ਰਹੇ ਨੇ ਕਿ ਉਹ ਸੋਨੀਆ ਗਾਂਧੀ ਨੂੰ ਦੇਣ ਗਏ ਸੀ ਤੇ ਸੋਨੀਆ ਗਾਂਧੀ ਨੇ ਕੋਈ ਐਕਸ਼ਨ ਲੈਣ ਨੂੰ ਨਹੀਂ ਕਿਹਾ। ਇਸ ਦਾ ਕੀ ਮਤਲਬ ਹੈ ਕਿ ਸਾਡੇ ਜੋ ਪਹਿਲੇ ਚੀਫ ਮਿਨਿਸਟਰ ਸਨ, ਕੀ ਉਹ ਘਪਲਿਆਂ ਦੇ ਵਿੱਚ ਆਪ ਵੀ ਸ਼ਾਮਿਲ ਸਨ, ਜਾਂ ਉਹ ਘਪਲੇ ਕਰਨ ਵਾਲਿਆਂ ਨੂੰ ਉਹਦੀ ਸ਼ਹਿ ਦੇ ਰਹੇ ਸਨ ਕੁਝ ਕਰਨ ਦੀ? ਗੱਲ ਇਹ ਬੜੀ ਗਲਤ ਹੈ। ਹੁਣ ਜੋ ਚੀਜ਼ਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਹ ਦੱਸ ਰਹੀਆਂ ਨੇ ਕਿ ਡਿਸਪਾਈਟ ਕਿ ਪੰਜਾਬ ਪੀਪਲ ਪਬਲਿਕ ਵਾਜ਼ ਪੇਇੰਗ ਹੋਲ ਹਾਰਟਡਲੀ ਆਲ ਦੀ ਟੈਕਸਿਸ, ਲੇਕਿਨ ਉਸ ਦੇ ਬਾਵਜੂਦ ਵੀ ਪੰਜਾਬ ਜੋ ਹੈ 3 ਲੱਖ ਕਰੋੜ ਦੇ ਕਰਜ਼ੇ ਦੇ ਹੇਠਾਂ ਕਿਸ ਤਰ੍ਹਾਂ ਆਇਆ ਹੈ? ਇਹ ਮਿਸਮੈਨੇਜਮੈਂਟ ਨਹੀਂ ਹੈ, ਇਹ ਐਮਬੈਜ਼ਰਮੈਂਟ ਹੈ। ਸਾਰੀ ਹੇਰਾਫੇਰੀ ਕਰਕੇ ਆਪਣੇ ਜੇਬਾਂ 'ਚ ਪਾਈ ਜਾ ਰਹੀ ਸੀ। ਇੱਕ ਕੇਸ ਸਾਹਮਣੇ ਆਇਆ ਹੈ ਕਿ ਜੰਗਲੇ ਲਾਉਣੇ ਸੀ ਦਰਖਤਾਂ ਦੇ ਆਲੇ ਦੁਆਲੇ, 2800 ਰੁਪਏ ਦਾ ਇੱਕ ਜੰਗਲਾ ਮੁਕਰਰ ਹੋਇਆ, ਜਿਸ ਚੋਂ 800 ਰੁਪਇਆ ਮਿਨਿਸਟਰ ਨੇ ਕਿਹਾ ਕਿ ਪਰ ਜੰਗਲਾ ਜਿਹੜਾ ਲੱਗੇਗਾ ਉਹ ਕੇਜ ਜੋ ਦਰਖਤ ਨੂੰ ਪ੍ਰੋਟੈਕਟ ਕਰਨ ਲਈ ਉਹਦਾ $800 ਰੁਪਇਆ ਮੈਨੂੰ ਆਏਗਾ, ਤੇ 7.5 ਕਰੋੜ ਕਰਪਸ਼ਨ ਦਾ ਪਹਿਲਾਂ ਹੀ ਐਡਵਾਂਸ ਲੈ ਲਿਆ। ਪਤਾ ਨਹੀਂ ਉਹ ਜੰਗਲੇ ਲੱਗੇ ਕਿ ਨਹੀਂ ਲੱਗੇ, ਤੇ ਗੌਰਮੈਂਟ ਦੇ ਖਾਤੇ 'ਚੋਂ ਉਹ ਮਨੀ ਉਸ ਠੇਕੇਦਾਰ ਨੂੰ ਟਰਾਂਸਫਰ ਹੋ ਗਿਆ। ਕਈ ਦਰਖਤ ਜਿਹੜੇ ਆ ਜੰਗਲਾਤ ਦੇ ਉਹ ਕਰੀਬ 5-5 ਰੁਪਏ ਦੇ ਵਿੱਚ ਕਹਿੰਦੇ ਕਿ ਵੇਚ ਦਿੱਤੇ ਗਏ, ਜਦ ਕਿ ਇਹੋ ਜਿਹੇ ਲੋਕ ਜੋ ਦਰਖਤਾਂ ਨੂੰ ਵੱਢਣ ਵਾਸਤੇ ਕਰਦੇ ਨੇ। ਅਸੀਂ ਦਰਖਤ ਲਗਾਉਣ ਦੀ ਗੱਲ ਕਰਦੇ ਹਾਂ ਤਾਂ ਕਿ ਪੰਜਾਬ 'ਚੋਂ ਗਰਮੀ ਘਟੇ, ਲੇਕਿਨ ਇਹੋ ਜਿਹੇ ਲਾਲਚੀ ਲੋਕ ਦੇਖੋ ਜੰਗਲਾਤ ਨੂੰ ਖਤਮ ਕਰਤਾ। ਜਿੱਥੇ ਪੰਜਾਬ ਦੇ ਵਿੱਚ 21% ਜੰਗਲ ਹੋਣੇ ਚਾਹੀਦੇ ਆ ਤਾਂ ਕਿ ਉੱਥੇ ਮੌਸਮ ਜੋ ਹੈ ਠੀਕ ਰਹਿ ਸਕੇ, ਕਿਉਂਕਿ ਜੰਗਲਾਤ ਗਰਮੀ ਘਟਾਉਂਦੇ ਨੇ, ਮੌਸਮ ਨੂੰ ਵਧੀਆ ਰੱਖਦੇ ਨੇ, ਜ਼ਮੀਨ ਨੂੰ ਹੋਰ ਉਪਜਾਊ ਬਣਾਉਂਦੇ ਨੇ, ਜ਼ਮੀਨ ਨੂੰ ਹਰ ਤਰ੍ਹਾਂ ਦੀ ਜੋ ਹੈ ਅੱਛੀ ਪ੍ਰੋਟੈਕਸ਼ਨ ਦਿੰਦੇ ਨੇ। ਤੇ ਅੱਜ ਪੰਜਾਬ ਦੇ ਵਿੱਚ 3% ਵੀ ਜੋ ਨੇ ਉਹ ਫੋਰੈਸਟ ਨਹੀਂ ਹੈ। ਇਹ ਲੀਡਰਾਂ ਨੇ ਕਿਸ ਤਰ੍ਹਾਂ ਸਾਨੂੰ ਲੁੱਟਿਆ ਹੈ? ਦੋਸਤੋ, ਇਹਨਾਂ ਲੀਡਰਾਂ ਦੀ ਜੋ ਸਮਝ ਕਿੱਥੇ ਗਈ ਹੋਈ ਹੈ, ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਕਿੱਥੇ ਤੱਕ ਲੈ ਜਾਣਾ ਹੈ। ਮੈਂ ਇੱਥੇ ਦੀ ਹੀ ਗੱਲ ਨਹੀਂ ਕਰਦਾ। ਜੋ ਇੰਟਰਨੈਸ਼ਨਲ ਸਰਵੇ ਇੱਕ ਤਰ੍ਹਾਂ ਦਾ ਸਾਹਮਣੇ ਆਇਆ ਹੈ ਵੱਡੇ ਪੱਧਰ ਦਾ, ਉਹ ਕਹਿੰਦਾ ਹੈ ਕਿ ਪੰਜਾਬ ਜੋ ਹੈ ਪੂਰੇ ਹਿੰਦੁਸਤਾਨ ਦੀਆਂ 29 ਪ੍ਰੋਵਿੰਸਸ ਸਟੇਟਸ ਦੇ ਵਿੱਚੋਂ ਯਾਨੀ ਕਿ 10ਵੇਂ ਨੰਬਰ ਤੇ ਹੈ, ਜਿਸ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਹੈ, ਕਿਉਂਕਿ ਉਹ ਸਰਕਾਰ ਸੈਂਟਰ ਦੀ ਜੋ ਹੈ ਉਸ ਤੋਂ ਪੈਸੇ ਲੈਂਦੇ ਨੇ ਤੇ ਉਹ ਵਿਆਜ ਲੱਗ ਲੱਗ ਕੇ ਉਹ ਵਧੀ ਜਾਂਦਾ ਹੈ। ਨੰਬਰ 1 ਤੇ ਕਿਹੜੀ ਸਟੇਟ ਹੈ? ਮਹਾਰਾਸ਼ਟਰ, ਜਿਸ ਦੇ ਉੱਪਰ 7 ਲੱਖ ਕਰੋੜ ਦਾ ਕਰਜ਼ਾ ਹੈ। ਆਖਿਰ ਇਹ ਲੀਡਰ ਟਰਾਂਸਪੇਰੈਂਸੀ ਕਿਉਂ ਨਹੀਂ ਰੱਖਦੇ? ਇਹਨਾਂ ਨੂੰ ਬਚਾਉਣ ਵਾਲੇ ਕੌਣ ਨੇ? ਕੀ ਇਹਨਾਂ ਨੂੰ ਪਤਾ ਨਹੀਂ ਕਿ ਪੈਸਾ ਨਾਲ ਜਾਣਾ ਹੈ ਇਹਨਾਂ ਦੇ? ਇਹ ਉਹਨਾਂ ਦੇ ਬੱਚਿਆਂ ਦੇ ਉੱਤੇ ਮਾੜਾ ਚੰਗਾ ਅਸਰ ਕਰੇਗਾ। ਜ਼ਮੀਰ ਕਿੱਥੇ ਮਰ ਗਿਆ ਹੈ? ਇੰਨਾ ਪੈਸਾ ਸਾਨੂੰ ਕਾਹਦੇ ਲਈ ਚਾਹੀਦਾ ਹੈ? ਦੋਸਤੋ, ਅਸੀਂ ਪਿਛਲੇ ਦਿਨੀ ਦੇਖਦੇ ਆਏ ਹਾਂ ਕਿ ਮੌਤ ਸ਼ਾਇਦ ਕਿੰਨੀ ਸਸਤੀ ਹੋ ਗਈ ਹੈ। ਅਸੀਂ ਇੱਕ ਬਹੁਤ ਵੱਡੀ ਹਸਤੀ ਨੂੰ ਬਸ ਇੱਦਾਂ ਹੀ ਜਾ ਜਾਂਦੀ ਹੋ ਗਈ ਦੇਖਿਆ ਹੈ, ਔਰ ਸਾਰੀ ਦੁਨੀਆ ਉਸ 'ਤੇ ਵਿਲਾਪ ਕਰ ਰਹੀ ਹੈ। ਇਸ ਸੰਸਾਰ 'ਚ ਸਾਹ ਆਇਆ ਨਹੀਂ ਆਇਆ ਤੇ ਜਾਨ ਖਤਮ। ਕਿਉਂ ਇਸ ਸੰਸਾਰ ਦੇ ਵਿੱਚੋਂ ਇਹ ਬਦਨਾਮੀ ਤੇ ਇਹ ਪਰਮਾਤਮਾ ਦੇ ਘਰ ਦੇ ਵਿੱਚ ਅਸੀਂ ਆਪਣਾ ਗਲਤ ਅਕਾਊਂਟ ਲੈ ਕੇ ਜਾਣਾ? ਆਓ ਮਿਲ ਕੇ ਦੁਨੀਆ ਨੂੰ ਸਵਾਰੀਏ, ਕੁਝ ਚੰਗੇ ਕੰਮ ਕਰੀਏ ਤਾਂ ਕਿ ਇਹ ਸਮਾਜ ਵੀ ਵਧੀਆ ਬਣੇ ਤੇ ਸਾਡੀ ਉੱਪਰ ਪਰਮਾਤਮਾ ਦੇ ਘਰ ਵਿੱਚ ਵਧੀਆ ਹਾਜ਼ਰੀ ਲੱਗੇ। ਪੇਸ਼ ਹੈ ਦਾ ਇੱਕ ਜੋਕ। ਹਿਸਟਰੀ ਦਾ ਇੱਕ ਟੀਚਰ ਕਰੀਬ 8ਵੀਂ ਕਲਾਸ ਦੇ ਬੱਚੇ ਨੂੰ ਇੰਡੀਆ ਦੇ ਵਿੱਚ ਪੁੱਛ ਰਿਹਾ ਸਰਕਾਰੀ ਸਕੂਲ ਦੇ ਵਿੱਚ, ਹਾਂ ਬਈ ਤੂੰ ਦੱਸ ਟੀਪੂ ਸੁਲਤਾਨ ਆਪਣੀ ਕਿਹੜੀ ਜੰਗ ਵਿੱਚ ਸ਼ਹੀਦ ਹੋਇਆ ਸੀ? ਬੱਚੇ ਨੇ ਪੜ੍ਹਿਆ ਨਹੀਂ ਸੀ ਹੋਇਆ ਤੇ ਉਹ ਸੋਚਣ ਲੱਗ ਪਿਆ, ਮਾਸਟਰ ਜੀ ਆਪਣੀ ਆਖਰੀ ਜੰਗ ਦੇ ਵਿੱਚ। ਸਾਡਾ ਕੈਨੇਡਾ। ਦੋਸਤੋ, ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਇਹ ਪ੍ਰੀ ਰਿਕਾਰਡਡ ਹੈ ਤੇ 14 ਜੂਨ ਨੂੰ ਮੈਂ ਆਪਣੀ ਵਾਕ ਤੇ ਅਕ੍ਰੋਸ ਕੈਨੇਡਾ ਨਿਕਲ ਚੁੱਕਿਆ ਹਾਂ ਤੇ ਮੈਂ ਇਸ ਵੇਲੇ ਈਸਟਰਨ ਪਾਰਟ ਦੇ ਵਿੱਚ ਵਾਕ ਕਰ ਰਿਹਾ ਹਾਂ। ਦੋਸਤੋ, ਮੈਂ ਬਾਰ-ਬਾਰ ਟੈਰੀ ਫੌਕਸ ਤੋਂ
ਇੰਨਾ ਜ਼ਿਆਦਾ ਇੰਪ੍ਰੈਸ ਹੋ ਰਿਹਾ ਹਾਂ, ਇੰਨਾ ਇਨਸਪਾਇਰ ਹੋ ਰਿਹਾ ਹਾਂ ਕਿ ਉਸ ਛੋਟੀ ਜਿਹੀ ਏਜ ਦੇ ਵਿੱਚ ਟੈਰੀ ਫੌਕਸ ਉਹਨਾਂ ਦੇ ਮਨ ਦੇ ਵਿੱਚ ਕੀ ਆਈ ਕਿ ਜੇ ਮੈਂ ਇਸ ਦੁਨੀਆ ਤੋਂ ਚੱਲਿਆ ਹਾਂ ਤੇ ਕਮ ਸੇ ਕਮ ਆਉਣ ਵਾਲੀ ਜਨਰੇਸ਼ਨ ਇਸ ਬਿਮਾਰੀ ਦੀ ਅਲਾਮਤ ਤੋਂ ਕਿਸੇ ਤਰ੍ਹਾਂ ਬਚ ਸਕੇ। ਪਿਛਲੇ ਵੀਕ ਨਿਊਜ਼ ਆਈ ਹੈ ਕਿ ਇੱਕ ਜਗ੍ਹਾ 18 ਕਿਡਨੀ ਕੈਂਸਰ ਵਾਲੇ ਪੇਸ਼ੈਂਟਸ ਦੇ ਉੱਤੇ ਇੱਕ ਦਵਾਈ ਦਾ ਟਰਾਇਲ ਕੀਤਾ ਗਿਆ ਔਰ 6 ਮਹੀਨੇ ਵਿੱਚ ਉਹਨਾਂ ਦਾ ਕੈਂਸਰ ਓਰਲ ਦਵਾਈ ਦੇ ਨਾਲ ਖਤਮ ਹੋ ਗਿਆ ਜੀ। ਇਹ ਸਾਨੂੰ ਚੀਜ਼ ਦਰਸਾ ਰਹੀ ਹੈ ਕਿ ਅਸੀਂ ਕੈਂਸਰ ਨੂੰ, ਬਿਮਾਰੀ ਨੂੰ, ਇਸ ਨੂੰ ਸਮਾਜ ਵਿੱਚੋਂ ਕੱਢ ਸੁੱਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਤਾਂ ਕਿ 100% ਅਸੀਂ ਲੋਕ ਕਿਉਰੇਬਲ ਹੋ ਸਕੀਏ। ਇਹ ਬਿਮਾਰੀ ਜਿਹੜੀ ਹੈ ਸਾਨੂੰ ਅਲਾਮਤ ਜਿਹੜੀ ਹੈ ਸਾਨੂੰ ਮੌਤ ਦੀ ਦਾਵਤ ਨਾ ਸਾਨੂੰ ਲੈ ਕੇ ਆਵੇ। ਤੋ ਆਓ ਮਿਲ ਕੇ ਆਪਾਂ ਇਹ ਹਮਲਾ ਮਾਰੀਏ ਕਿ ਜਿਵੇਂ ਸਾਡੇ ਇਤਿਹਾਸ ਦੇ ਵਿੱਚ ਟੈਰੀ ਫੌਕਸ ਨੇ ਇਹ ਕੰਮ ਕਰਕੇ ਦਿਖਾਇਆ, ਆਪਾਂ ਵੀ ਆਪਣਾ ਇਹਦੇ 'ਚ ਯੋਗਦਾਨ ਪਾਈਏ। ਆਪਣੀ ਇੰਡੀਅਨ ਕਮਿਊਨਿਟੀ ਕਰੀਬ 1.2 ਮਿਲੀਅਨ ਹੈ ਇੱਥੇ, 12 ਲੱਖ ਦੇ ਕਰੀਬ। ਅਗਰ ਇਹ ਤੁਸੀਂ ਮੈਸੇਜ ਗਾਂ ਤੋਂ ਗਾਂ ਸਪਰੈਡ ਕਰਦੇ ਹੋ, ਮੈਂ ਜੋ GoFundMe ਦਾ ਪੇਜ ਇੱਕ ਬਣਾਇਆ ਹੈ, ਜੋ ਇੱਕ ਈਮੇਲ ਅਸੀਂ ਤੁਹਾਨੂੰ ਇੱਥੇ ਪ੍ਰੋਵਾਈਡ ਕਰਨ ਜਾ ਰਹੇ ਹਾਂ, ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇੱਥੇ ਸਰੀ ਦਾ ਮੇਰੀ ਵਾਕ ਨੂੰ ਸਪਾਂਸਰ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਦੀ ਈਮੇਲ ਤੇ ਤੁਸੀਂ ਟ੍ਰਾਂਸਫਰ ਵੀ ਕਰ ਸਕਦੇ ਹੋ। ਆਪਣਾ ਜੋ ਡੋਨੇਸ਼ਨ ਹੈ ਚੈਰੀਟੇਬਲ ਹੈ, ਤੁਹਾਨੂੰ ਟੈਕਸ ਦੀ ਰਸੀਦ ਵੀ ਮਿਲੇਗੀ ਉਸ ਦੇ ਵਿੱਚ ਸਿਰਫ ਇੰਨਾ ਲਿਖ ਦੇਣਾ ਕਿ ਡੋਨੇਸ਼ਨ ਫॉर ਕੈਂਸਰ ਰਿਸਰਚ ਵਾਕ, ਤੇ ਉਹਦੀ ਤੁਹਾਨੂੰ ਰਸੀਦ ਆ ਜਾਏਗੀ। ਦੋਸਤੋ, ਇਹ ਬੜਾ ਹੀ ਨੇਕੀ ਦਾ ਕੰਮ ਹੋਏਗਾ। ਮੈਂ ਜਿਸ ਤਰੀਕੇ ਦੇ ਨਾਲ ਹਸਪੀਟਲ ਦੇ ਵਿੱਚ, ਲੈਬੋਰਟਰੀ ਦੇ ਵਿੱਚ ਨਵੇਂ ਜੰਮੇ ਬੱਚਿਆਂ ਨੂੰ ਵੀ ਕੈਂਸਰ ਤੋਂ ਪੀੜਿਤ ਦੇਖਿਆ ਹੈ, ਤੇ ਜਦੋਂ ਉਹਨਾਂ ਦਾ ਬਲੱਡ ਲੈ ਰਹੇ ਨੇ ਉਹ ਕਿਸ ਤਰ੍ਹਾਂ ਕੁਰਲਾ ਰਹੇ ਨੇ ਕਿ ਜਦੋਂ ਉਹਨਾਂ ਨੇ ਰੇਡੀਏਸ਼ਨ ਜਾਂ ਅੱਜ ਦੀ ਕੀਮੋ ਦੇ ਵਿੱਚੋਂ ਲੰਘਣਾ ਹੈ ਤੇ ਉਹਨਾਂ ਦੀ ਕੀ ਹਾਲਤ ਹੋਣੀ ਹੈ, ਤੇ ਮਾਵਾਂ ਕਿਵੇਂ ਮੂੰਹ ਦਬ-ਦਬ ਕੇ ਰੋ ਰਹੀਆਂ ਨੇ। ਦੋਸਤੋ, ਮੇਰਾ ਮਨ ਬੜਾ ਕੁਰਲਾਇਆ ਕਿ ਸਾਨੂੰ ਇਸ ਬਿਮਾਰੀ ਨੂੰ ਦੂਰ ਕਰਨ ਲਈ, ਸਮਾਜ ਵਿੱਚ ਖੁਸ਼ੀਆਂ ਲਿਆਉਣ ਲਈ ਆਪਣਾ ਸਾਰਿਆਂ ਨੂੰ ਮਿਲ ਕੇ ਇੱਕ ਹਮਲਾ ਮਾਰਨਾ ਪੈਣਾ ਹੈ। ਮੈਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਤੁਸੀਂ ਭੈਣਾਂ ਭਰਾਵਾਂ ਨੇ ਮਿਲ ਕੇ ਇਸ ਨੂੰ ਬਹੁਤ ਵੱਡਾ ਕਾਫਿਲਾ ਬਣਾ ਦਿੱਤਾ ਹੈ। ਆਓ ਆਪਾਂ ਹਮਲਾ ਮਾਰੀਏ ਤੇ ਇਸ ਕੈਨੇਡਾ ਨੇ ਜੋ ਸਾਨੂੰ ਸੁੱਖ ਦਿੱਤੇ ਨੇ, ਇਟ ਇਜ਼ ਟਾਈਮ ਟੂ ਗਿਵ ਬੈਕ ਟੂ ਦਿਸ ਸੋਸਾਇਟੀ। ਦੋਸਤੋ, ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਇਹ ਪ੍ਰੀ ਰਿਕਾਰਡਡ ਹੈ ਤੇ 14 ਜੂਨ ਨੂੰ ਮੈਂ ਆਪਣੀ ਵਾਕ ਤੇ ਅਕ੍ਰੋਸ ਕੈਨੇਡਾ ਨਿਕਲ ਚੁੱਕਿਆ ਹਾਂ ਤੇ ਮੈਂ ਇਸ ਵੇਲੇ ਈਸਟਰਨ ਪਾਰਟ ਦੇ ਵਿੱਚ ਵਾਕ ਕਰ ਰਿਹਾ ਹਾਂ। ਦੋਸਤੋ, ਮੈਂ ਬਾਰ-ਬਾਰ ਟੈਰੀ ਫੌਕਸ ਤੋਂ ਇੰਨਾ ਜ਼ਿਆਦਾ ਇੰਪ੍ਰੈਸ ਹੋ ਰਿਹਾ ਹਾਂ, ਇੰਨਾ ਇਨਸਪਾਇਰ ਹੋ ਰਿਹਾ ਹਾਂ ਕਿ ਉਸ ਛੋਟੀ ਜਿਹੀ ਏਜ ਦੇ ਵਿੱਚ ਟੈਰੀ ਫੌਕਸ ਉਹਨਾਂ ਦੇ ਮਨ ਦੇ ਵਿੱਚ ਕੀ ਆਈ ਕਿ ਜੇ ਮੈਂ ਇਸ ਦੁਨੀਆ ਤੋਂ ਚੱਲਿਆ ਹਾਂ ਤੇ ਕਮ ਸੇ ਕਮ ਆਉਣ ਵਾਲੀ ਜਨਰੇਸ਼ਨ ਇਸ ਬਿਮਾਰੀ ਦੀ ਅਲਾਮਤ ਤੋਂ ਕਿਸੇ ਤਰ੍ਹਾਂ ਬਚ ਸਕੇ। ਪਿਛਲੇ ਵੀਕ ਨਿਊਜ਼ ਆਈ ਹੈ ਕਿ ਇੱਕ ਜਗ੍ਹਾ 18 ਕਿਡਨੀ ਕੈਂਸਰ ਵਾਲੇ ਪੇਸ਼ੈਂਟਸ ਦੇ ਉੱਤੇ ਇੱਕ ਦਵਾਈ ਦਾ ਟਰਾਇਲ ਕੀਤਾ ਗਿਆ ਔਰ 6 ਮਹੀਨੇ ਵਿੱਚ ਉਹਨਾਂ ਦਾ ਕੈਂਸਰ ਓਰਲ ਦਵਾਈ ਦੇ ਨਾਲ ਖਤਮ ਹੋ ਗਿਆ ਜੀ। ਇਹ ਸਾਨੂੰ ਚੀਜ਼ ਦਰਸਾ ਰਹੀ ਹੈ ਕਿ ਅਸੀਂ ਕੈਂਸਰ ਨੂੰ, ਬਿਮਾਰੀ ਨੂੰ, ਇਸ ਨੂੰ ਸਮਾਜ ਵਿੱਚੋਂ ਕੱਢ ਸੁੱਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਤਾਂ ਕਿ 100% ਅਸੀਂ ਲੋਕ ਕਿਉਰੇਬਲ ਹੋ ਸਕੀਏ। ਇਹ ਬਿਮਾਰੀ ਜਿਹੜੀ ਹੈ ਸਾਨੂੰ ਅਲਾਮਤ ਜਿਹੜੀ ਹੈ ਸਾਨੂੰ ਮੌਤ ਦੀ ਦਾਵਤ ਨਾ ਸਾਨੂੰ ਲੈ ਕੇ ਆਵੇ। ਤੋ ਆਓ ਮਿਲ ਕੇ ਆਪਾਂ ਇਹ ਹਮਲਾ ਮਾਰੀਏ ਕਿ ਜਿਵੇਂ ਸਾਡੇ ਇਤਿਹਾਸ ਦੇ ਵਿੱਚ ਟੈਰੀ ਫੌਕਸ ਨੇ ਇਹ ਕੰਮ ਕਰਕੇ ਦਿਖਾਇਆ, ਆਪਾਂ ਵੀ ਆਪਣਾ ਇਹਦੇ 'ਚ ਯੋਗਦਾਨ ਪਾਈਏ। ਆਪਣੀ ਇੰਡੀਅਨ ਕਮਿਊਨਿਟੀ ਕਰੀਬ 1.2 ਮਿਲੀਅਨ ਹੈ ਇੱਥੇ, 12 ਲੱਖ ਦੇ ਕਰੀਬ। ਅਗਰ ਇਹ ਤੁਸੀਂ ਮੈਸੇਜ ਗਾਂ ਤੋਂ ਗਾਂ ਸਪਰੈਡ ਕਰਦੇ ਹੋ, ਮੈਂ ਜੋ GoFundMe ਦਾ ਪੇਜ ਇੱਕ ਬਣਾਇਆ ਹੈ, ਜੋ ਇੱਕ ਈਮੇਲ ਅਸੀਂ ਤੁਹਾਨੂੰ ਇੱਥੇ ਪ੍ਰੋਵਾਈਡ ਕਰਨ ਜਾ ਰਹੇ ਹਾਂ, ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇੱਥੇ ਸਰੀ ਦਾ ਮੇਰੀ ਵਾਕ ਨੂੰ ਸਪਾਂਸਰ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਦੀ ਈਮੇਲ ਤੇ ਤੁਸੀਂ ਟ੍ਰਾਂਸਫਰ ਵੀ ਕਰ ਸਕਦੇ ਹੋ। ਆਪਣਾ ਜੋ ਡੋਨੇਸ਼ਨ ਹੈ ਚੈਰੀਟੇਬਲ ਹੈ, ਤੁਹਾਨੂੰ ਟੈਕਸ ਦੀ ਰਸੀਦ ਵੀ ਮਿਲੇਗੀ ਉਸ ਦੇ ਵਿੱਚ ਸਿਰਫ ਇੰਨਾ ਲਿਖ ਦੇਣਾ ਕਿ ਡੋਨੇਸ਼ਨ ਫॉर ਕੈਂਸਰ ਰਿਸਰਚ ਵਾਕ, ਤੇ ਉਹਦੀ ਤੁਹਾਨੂੰ ਰਸੀਦ ਆ ਜਾਏਗੀ। ਦੋਸਤੋ, ਇਹ ਬੜਾ ਹੀ ਨੇਕੀ ਦਾ ਕੰਮ ਹੋਏਗਾ। ਮੈਂ ਜਿਸ ਤਰੀਕੇ ਦੇ ਨਾਲ ਹਸਪੀਟਲ ਦੇ ਵਿੱਚ, ਲੈਬੋਰਟਰੀ ਦੇ ਵਿੱਚ ਨਵੇਂ ਜੰਮੇ ਬੱਚਿਆਂ ਨੂੰ ਵੀ ਕੈਂਸਰ ਤੋਂ ਪੀੜਿਤ ਦੇਖਿਆ ਹੈ, ਤੇ ਜਦੋਂ ਉਹਨਾਂ ਦਾ ਬਲੱਡ ਲੈ ਰਹੇ ਨੇ ਉਹ ਕਿਸ ਤਰ੍ਹਾਂ ਕੁਰਲਾ ਰਹੇ ਨੇ ਕਿ ਜਦੋਂ ਉਹਨਾਂ ਨੇ ਰੇਡੀਏਸ਼ਨ ਜਾਂ ਅੱਜ ਦੀ ਕੀਮੋ ਦੇ ਵਿੱਚੋਂ ਲੰਘਣਾ ਹੈ ਤੇ ਉਹਨਾਂ ਦੀ ਕੀ ਹਾਲਤ ਹੋਣੀ ਹੈ, ਤੇ ਮਾਵਾਂ ਕਿਵੇਂ ਮੂੰਹ ਦਬ-ਦਬ ਕੇ ਰੋ ਰਹੀਆਂ ਨੇ। ਦੋਸਤੋ, ਮੇਰਾ ਮਨ ਬੜਾ ਕੁਰਲਾਇਆ ਕਿ ਸਾਨੂੰ ਇਸ ਬਿਮਾਰੀ ਨੂੰ ਦੂਰ ਕਰਨ ਲਈ, ਸਮਾਜ ਵਿੱਚ ਖੁਸ਼ੀਆਂ ਲਿਆਉਣ ਲਈ ਆਪਣਾ ਸਾਰਿਆਂ ਨੂੰ ਮਿਲ ਕੇ ਇੱਕ ਹਮਲਾ ਮਾਰਨਾ ਪੈਣਾ ਹੈ। ਮੈਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਤੁਸੀਂ ਭੈਣਾਂ ਭਰਾਵਾਂ ਨੇ ਮਿਲ ਕੇ ਇਸ ਨੂੰ ਬਹੁਤ ਵੱਡਾ ਕਾਫਿਲਾ ਬਣਾ ਦਿੱਤਾ ਹੈ। ਆਓ ਆਪਾਂ ਹਮਲਾ ਮਾਰੀਏ ਤੇ ਇਸ ਕੈਨੇਡਾ ਨੇ ਜੋ ਸਾਨੂੰ ਸੁੱਖ ਦਿੱਤੇ ਨੇ, ਇਟ ਇਜ਼ ਟਾਈਮ ਟੂ ਗਿਵ ਬੈਕ ਟੂ ਦਿਸ ਸੋਸਾਇਟੀ। ਅੱਛਾ,
ਬਈ ਕਾਕਾ ਤੂੰ ਦੱਸ 1899 ਯਾਨੀ 1889 ਦੇ ਵਿੱਚ ਕੀ ਹੋਇਆ ਸੀ? ਉਹ ਬੱਚਾ ਇੱਧਰ ਤੋਂ ਦੇਖੇ, ਉਹ ਮੂਰਖਾ 1889 ਵਿੱਚ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਹੋਇਆ ਸੀ, ਜਿਹੜੇ ਹਿੰਦੁਸਤਾਨ ਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਆਈ ਸਮਝ? ਹੁਣ ਭੁੱਲ ਨਾ ਜਾਈਂ। ਚੱਲ ਇੱਕ ਹੋਰ ਕੁਐਸਚਨ ਤੈਨੂੰ ਮੈਂ ਪੁੱਛਦਾ, 1914 ਦੇ ਵਿੱਚ ਯਾਨੀ 1914 ਦੇ ਵਿੱਚ ਕੀ ਹੋਇਆ ਸੀ? ਤੇ ਉਹ ਬੱਚਾ ਨਾ ਉਂਗਲਾਂ ਤੇ ਆ ਗਿਣਨ ਲੱਗ ਪਿਆ। ਮਾਸਟਰ ਜੀ ਜਵਾਹਰ ਲਾਲ ਨਹਿਰੂ ਜੀ 25 ਸਾਲ ਦੇ ਹੋ ਗਏ ਸੀ। ਇੰਗਲਿਸ਼ ਇਜ਼ ਵੈਰੀ ਈਜ਼ੀ। ਦੋਸਤੋ ਅੱਜ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਬੁੱਕ ਦੇ ਵਿੱਚੋਂ ਹੀ ਇੱਕ ਸੈਂਟੈਂਸ ਲੈ ਕੇ ਮੈਂ ਤੁਹਾਨੂੰ ਉਸ ਦੀ ਟ੍ਰਾਂਸਲੇਸ਼ਨ ਦੱਸਣ ਜਾ ਰਿਹਾ ਹਾਂ। ਇਨਸਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਦੇ ਮਨ ਦੀ ਸ਼ਾਂਤੀ ਹੈ। The supreme achievement of a man is the quietude of his mind. Quietude word ਬਣਿਆ ਹੈ quiet ਤੋਂ, Q-U-I-E-T। Quiet ਦਾ ਮਤਲਬ ਹੁੰਦਾ ਹੈ ਸ਼ਾਂਤ। Be quiet। Quietude ਬਣ ਗਿਆ ਸ਼ਾਂਤੀ। ਇਹ ਡੈਰੀਵੇਸ਼ਨ ਹੈ ਇਸ ਵਰਡ ਦੀ। ਤਾਂ ਸੁਪਰੀਮ ਅਚੀਵਮੈਂਟ ਸਾਡੀ ਕੀ ਹੈ? ਜਦੋਂ ਸਾਡਾ ਮਨ ਸ਼ਾਂਤ ਹੈ, ਸਾਨੂੰ ਕਿਸੇ ਨਾਲ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ। ਇਹ ਅਵਸਥਾ ਸਾਡੀ ਸਪਿਰਚੁਅਲ ਅਵਸਥਾ ਹੈ, ਜੋ ਮੈਂ ਬਹੁਤ ਸਾਲ ਪਹਿਲਾਂ ਜ਼ਿੰਦਗੀ ਵਿੱਚ ਕਿਤੇ ਅਚੀਵ ਕਰ ਲਈ ਸੀ। ਉਸਨੇ ਮੈਨੂੰ ਬਹੁਤ ਕੁਝ ਕਰਨ ਵਾਸਤੇ, ਅੱਗੇ ਵਧਣ ਵਾਸਤੇ ਰਸਤਾ ਦਿਖਾਇਆ। ਜਦੋਂ ਮਨ ਸ਼ਾਂਤ ਹੁੰਦਾ ਹੈ, ਫਿਰ ਹੀ ਅਸੀਂ ਕ੍ਰੀਏਟਿਵ ਤੇ ਕੰਸਟਰਕਟਿਵ ਕੰਮ ਕਰ ਪਾਉਂਦੇ ਹਾਂ। ਇਹ ਸਿਰਫ ਇੰਗਲਿਸ਼ ਦਾ ਇੱਕ ਵਧੀਆ ਸੈਂਟੈਂਸ ਨਹੀਂ ਹੈ, ਇਹ ਇੱਕ ਜ਼ਿੰਦਗੀ ਦੀ ਰਾਹ ਦਿਖਾਉਣ ਵਾਲੀ ਸਾਨੂੰ ਇੱਕ ਲਾਈਨ ਵੀ ਹੈ। Ladies and gentlemen, come and sing and dance. Life is too short to enjoy, let us not miss the chance. Hello ladies and gentlemen, come and sing and dance. Life is too short to enjoy, let us not miss the chance. Hello ladies and gentlemen, come on. Why to keep a wrinkled face doesn't bring you any grace. Why to keep a wrinkled face? It won't bring you any grace. Worry can't be a solution, don't miss a smile in any case. Worry can't be a solution, don't miss a smile in any case. Hello ladies and gentlemen, come and sing and dance. Life is too short to enjoy, let us not miss the chance. Why to be concerned, why to fret? Ultimately nothing we get. Why to be concerned, why to fret? Ultimately nothing we get. Think of having a good present, what is past just forget. Think of having a good present, what is past just forget. Hello ladies and gentlemen, come and sing and dance. Life is too short to enjoy, let us not miss the chance. If you act upon my advice, then it would be very nice. If you act upon my advice, then it would be very nice. If you don't do what I mention, then you will be in attention. It's your attention, keep it with you. With it I have nothing to do. I wanna live like a happy man. India ho, Italy ho, ya ho, France. Hello ladies and gentlemen, come and sing and dance. Life is too short to enjoy, let us not miss the chance. Hello ladies. ਅੱਜ ਦਾ ਇੱਕ ਹੋਰ ਜੋਕ। ਇੱਕ ਬੰਦਾ ਕਿਸੇ ਸੋਹਣੇ ਸੁਨੱਖੇ ਮੁੰਡੇ ਦੇ ਨਾਲ ਬੈਠਾ, ਉਹਦੇ ਵਾਲ ਬੜੇ ਹੀ ਸਾਫ਼ ਸੁਥਰੇ ਸੋਹਣੇ ਜਿਹੇ ਉਹਨੇ ਵਾਏ ਹੋਏ ਆ, ਤੇ ਉਹਨੂੰ ਕਹਿੰਦਾ ਯਾਰ ਤੇਰੇ ਵਾਲ ਬੜੇ ਸੌਫਟ ਤੇ ਬੜੇ ਹੀ ਨਾ ਮਤਲਬ ਸ਼ਾਈਨੀ ਆ, ਤੂੰ ਸ਼ੈਂਪੂ ਕਿਹੜਾ ਇਸਤੇਮਾਲ ਕਰਦਾ? ਉਹ ਕਹਿੰਦਾ ਰਿਸ਼ੀ ਦਾ। ਕਹਿੰਦਾ ਤੇਰੀ ਸ਼ਰਟ ਵੀ ਬਹੁਤ ਵਧੀਆ, ਤੂੰ ਇਹ ਕਿਹਦੀ ਪਾਉਣਾ? ਕਹਿੰਦਾ ਇਹ ਰਿਸ਼ੀ ਦੀ। ਤੇ ਪੈਂਟ? ਕਹਿੰਦਾ ਰਿਸ਼ੀ ਦੀ। ਕਹਿੰਦਾ ਵੀ ਰਿਸ਼ੀ ਜਿਹੜਾ ਕੋਈ ਬਹੁਤ ਵਧੀਆ ਬ੍ਰਾਂਡ ਲੱਗਦਾ। ਨਹੀਂ ਯਾਰ, ਰਿਸ਼ੀ ਮੇਰਾ ਰੂਮਮੇਟ ਹੈ।
ਆਪਣਾ ਬਿਰਦ ਸੰਭਾਲੇ, ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਜੀ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ, ਹਮਰੇ ਦੁਸ਼ਟ ਸਭੇ ਤੁਮ ਕਾਵੋ, ਆਪ ਹੱਥ ਦੇ ਮੋਹਿ ਬਚਾਵੋ। ਇਸ ਦਾ ਕੀ ਅਰਥ ਹੈ? ਹਮਰੇ ਦੁਸ਼ਟ ਸਭੇ ਤੁਮ ਕਾਵੋ, ਇਹਦਾ ਕੀ ਮਤਲਬ ਹੈ ਕਿ ਜਿਹੜਾ ਵੀ ਬੰਦਾ ਕੋਈ ਮੇਰੇ ਨਾਲ ਦੁਸ਼ਮਣੀ ਰੱਖਦਾ ਹੈ ਜੀ, ਉਹਨਾਂ ਦਾ ਨਾਸ਼ ਤੁਸੀਂ ਕਰੋ। ਸ਼ਾਇਦ ਸਾਨੂੰ ਇਸ ਤਰ੍ਹਾਂ ਸਮਝ ਆਉਂਦਾ ਹੋਵੇ। ਨਹੀਂ, ਆਲ ਮਾਈ ਵਾਈਸਸ, ਉਹ ਮੇਰੇ ਦੁਸ਼ਮਣ ਨੇ। ਮੇਰੇ ਸਾਰੇ ਜਿੰਨੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਈਰਖਾ, ਬੇਈਮਾਨੀ, ਇਹ 8 ਜਿਹੜੇ ਵਿਕਾਰ ਨੇ, ਇਹ ਮੇਰੇ ਦੁਸ਼ਮਣ ਨੇ। ਜੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਅਰਦਾਸ ਕੀਤੀ ਅਕਾਲ ਪੁਰਖ ਅੱਗੇ, ਹੇ ਅਕਾਲ ਪੁਰਖ, ਹਮਰੇ ਦੁਸ਼ਟ ਸਭੇ ਤੁਮ ਕਾਵੋ। ਮੇਰੇ ਵੱਸ ਦੀ ਗੱਲ ਨਹੀਂ ਹੈ ਕਿ ਮੈਂ ਇਹ ਜਿਹੜੇ ਦੁਸ਼ਟ ਨੇ, ਇਹ ਜਿਹੜੇ ਮੇਰੇ ਵਿਕਾਰ ਨੇ, ਕਿ ਮੈਂ ਆਪਣੇ ਆਪ ਇਹਨਾਂ ਤੋਂ ਬਚ ਸਕਾਂ। ਔਰ ਇਹਨਾਂ ਦੇ ਕਾਰਨ ਮੈਂ ਕਿੰਨੀਆਂ ਦੁਵਿਧਾਵਾਂ 'ਚ, ਕਿੰਨੀਆਂ ਪਰੇਸ਼ਾਨੀਆਂ 'ਚੋਂ ਨਿਕਲਦਾ ਹਾਂ। ਆਪ ਹੱਥ ਦੇ ਮੋਹੇ ਬਚਾਵੋ, ਪਲੀਜ਼ ਸੇਵ ਮੀ ਵਿਦ ਯੂਰ ਗ੍ਰੇਸ਼ੀਅਸ ਹੈਂਡਸ। ਮੈਨੂੰ ਆਪਣੇ ਤਾਕਤਵਰ ਹੱਥਾਂ ਨਾਲ, ਮਹਾਨ ਹੱਥਾਂ ਨਾਲ ਮੇਰੀ ਰੱਖਿਆ ਕਰੋ, ਨਹੀਂ ਤਾਂ ਇਹਨਾਂ ਵਿਕਾਰਾਂ 'ਚ ਫਸ ਕੇ ਮੇਰਾ ਜੀਵਨ ਨਰਕ ਭਰਿਆ ਹੋ ਰਿਹਾ ਹੈ। ਮੈਂ ਜਿਉਂਦਾ ਕੀ, ਮੈਂ ਇੱਕ ਇੱਕ ਪਲ ਮਰ ਰਿਹਾ ਹਾਂ। ਭਾਵੇਂ ਦੇਖਣ ਨੂੰ ਜਿਉਂਦਾ ਹਾਂ, ਲੇਕਿਨ ਮੇਰਾ ਮਨ ਇੰਨਾ ਤੜਫ ਰਿਹਾ ਹੈ, ਕਾਮ ਦੇ ਵਿੱਚ, ਲੋਭ ਦੇ ਵਿੱਚ, ਕ੍ਰੋਧ ਦੇ ਨਾਲ, ਅਹੰਕਾਰ ਦੇ ਵਿੱਚ, ਕਿਸੇ ਤੋਂ ਈਰਖਾ ਕੀ ਉਹਦੇ ਕੋਲ ਆਹ ਚੀਜ਼, ਮੇਰੇ ਕੋਲ ਆਹ ਹੈ ਨਹੀਂ। ਇਹ ਪਰਮਾਤਮਾ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ। ਰਣਜੀਤ ਜੀ, ਇੱਕ ਉਦਾਹਰਣ ਹੈ ਕਿ ਜਦੋਂ ਆਪਾਂ ਫਸਦੇ ਹਾਂ ਕਿਸੇ ਵੀ ਮੋਹ ਦੇ ਵਿੱਚ ਜਾਂ ਕਿਸੇ ਵੀ ਵਿਕਾਰ ਦੇ ਵਿੱਚ, ਕਿਵੇਂ ਫਸਦੇ ਹਾਂ? ਇੱਕ ਮਦਾਰੀ ਬੰਦਰ ਨੂੰ ਫੜਨ ਜਾਂਦਾ ਹੈ, ਤੇ ਬੰਦਰ ਉਹਦੇ ਵੱਸ ਦੀ ਗੱਲ ਨਹੀਂ, ਉਹ ਦੰਦ ਮਾਰ ਮਾਰ ਕੇ ਖਾ ਜਾਂਦਾ ਹੈ। ਮਦਾਰੀ ਕੀ ਕਰਦਾ ਹੈ, ਜਿਹਨੇ ਬਾਂਦਰ ਫੜਨ ਜਾਣਾ ਹੈ ਜੰਗਲ 'ਚ, ਉਹ ਇੱਕ ਛੋਟੀ ਜਿਹੀ ਉਹ ਕੁੱਜੀ ਲੈਂਦਾ ਹੈ। ਕੁੱਜੀ ਜਿਹਦਾ ਮੂੰਹ ਤੰਗ ਹੋਵੇ, ਉਹਦੇ ਵਿੱਚ ਮੂੰਗਫਲੀ ਦੇ ਦਾਣੇ ਜਾਂ ਉਸ ਖਾਣ ਵਾਲੀ ਚੀਜ਼ ਇੱਦਾਂ ਰੱਖ ਕੇ ਆਪ ਲੁੱਕ ਕੇ ਬਹਿ ਜਾਂਦਾ ਹੈ। ਹੋਵੇ ਕੁੱਜੀ ਭਾਰੀ, ਤੇ ਉਹ ਕੀ ਹੁੰਦਾ ਹੈ ਕਿ ਜਦੋਂ ਉਹ ਬੰਦਰ ਆਉਂਦਾ ਹੈ, ਉਹਦੇ ਵਿੱਚ ਝਾਤੀ ਮਾਰਦਾ ਹੈ, ਕੁਝ ਦਿਖਦਾ, ਉਹ ਹੱਥ ਵਿੱਚ ਪਾ ਲੈਂਦਾ ਹੈ। ਉਹ ਪਤਲੇ ਜਿਹੇ ਮੂੰਹ 'ਚ ਉਹਦਾ ਹੱਥ ਤਾਂ ਚਲਿਆ ਜਾਂਦਾ ਹੈ, ਜਦੋਂ ਮੁੱਠੀ ਭਰ ਕੇ ਕੱਢਣ ਲੱਗਦਾ ਹੈ ਤੇ ਉਹਦਾ ਹੱਥ ਬਾਹਰ ਨਹੀਂ ਨਿਕਲਦਾ। ਲੋਭ ਵਸ ਹੋਏ, ਉਹਦੇ ਬੰਦਰ ਦੇ ਉਹਦੇ ਵਿੱਚੋਂ ਚੀਚੀਆਂ ਨਿਕਲਦੀਆਂ, ਮੇਰਾ ਹੱਥ ਕਿਉਂ ਨਹੀਂ ਨਿਕਲ ਰਿਹਾ। ਉਹ ਨਾ ਉਹਨੂੰ ਛੱਡ ਪਾਉਂਦਾ ਹੈ ਤੇ ਨਾ ਉਹਦਾ ਉਤੋਂ ਹੱਥ ਨਿਕਲਦਾ ਹੈ, ਤੇ ਮਦਾਰੀ ਪਿੱਛੋਂ ਦੀ ਜਾ ਕੇ ਉਹਦੇ ਤੇ ਗਲੇ 'ਚ ਉਹਦੇ ਜੰਜੀਰ ਪਾ ਲੈਂਦਾ ਹੈ, ਤੇ ਫਿਰ ਸਾਰੀ ਉਮਰ ਉਹਨੂੰ ਨਚਾਉਂਦਾ ਫਿਰਦਾ ਹੈ। ਇਹੋ ਹੀ ਚੀਜ਼ ਸਾਨੂੰ ਗੁਰਬਾਣੀ ਨੇ ਸਾਨੂੰ ਸਿਖਾਇਆ ਹੈ ਕਿ ਕਿਸ ਤਰੀਕੇ ਨਾਲ ਅਸੀਂ ਇਹ ਵਿਕਾਰਾਂ 'ਚ ਫਸ ਜਾਂਦੇ ਹਾਂ। ਮੋਹ, ਕਾਮ ਹੈ। ਹਾਥੀ ਨੂੰ ਫੜਨ ਲਈ ਕੀ ਕਰਦੇ ਆ? ਕਹਿੰਦੇ ਜੰਗਲਾਂ 'ਚ ਜਿਹੜੇ ਫੜਦੇ ਸੀ ਪਹਿਲਾਂ, ਉਹ ਨਕਲੀ ਹਥਣੀ ਬਣਾ ਕੇ ਟੋਇਆ ਪੱਟ ਕੇ ਉਹਦੇ ਉੱਤੇ ਖੜੀ ਕਰ ਦਿੰਦੇ ਸੀ, ਕਾਨਿਆਂ ਦੀ ਛੱਤ ਦੇ ਉੱਤੇ। ਤੇ ਜਦੋਂ ਹਾਥੀ ਆਉਂਦਾ ਸੀ ਤੇ ਉਹ ਕਾਨਿਆਂ ਦੀ ਛੱਤ ਟੱਟ ਜਾਂਦੀ ਸੀ ਤੇ ਹਾਥੀ ਉਹਦੇ ਵਿੱਚ ਡਿੱਗ ਪੈਂਦਾ ਸੀ। ਜਦੋਂ ਡਿੱਗ ਪੈਂਦਾ ਸੀ, ਫਿਰ ਕਈ ਦਿਨ ਉਹਨੂੰ ਭੁੱਖਾ ਰੱਖ ਕੇ ਸੰਗਲਾਂ ਨਾਲ ਬਾਹਰ ਖਿੱਚ ਕੇ ਕੱਢ ਲੈਂਦੇ ਸੀ, ਤੇ ਸਾਰੀ ਉਮਰ ਉਹਦੇ ਸਿਰ 'ਚ ਸੂਏ ਮਾਰ ਮਾਰ ਕੇ ਉਹਨੂੰ ਸ਼ਹਿਰ ਸ਼ਹਿਰ ਘੁਮਾ ਕੇ ਪੈਸੇ ਇਕੱਠੇ ਕਰਦੇ ਸੀ। ਇਹੋ ਹੀ ਹਾਲ ਇਨਸਾਨ ਦਾ ਹੈ। ਅਸੀਂ ਜਦੋਂ ਵਿਕਾਰਾਂ ਦੇ ਵੱਸ ਪਏ ਹਾਂ, ਅਸੀਂ ਕਿਸੇ ਨਾ ਕਿਸੇ ਜੰਜਾਲ 'ਚ ਫਸ ਗਏ ਹਾਂ, ਤੇ ਸਾਡਾ ਜੀਵਨ ਦੁੱਭਰ ਹੋਇਆ ਹੈ। ਮਨ ਦੀ ਅਵਸਥਾ ਸਾਡੀ ਸਾਨੂੰ ਪਰੇਸ਼ਾਨ ਕਰਦੀ ਰਹੀ ਹੈ। ਗੁਰਬਾਣੀ ਦੇ ਲੜ ਲੱਗ ਕੇ ਅਸੀਂ ਇਹੋ ਹੀ ਚੀਜ਼ ਅਰਦਾਸ ਕਰਨੀ ਹੈ ਕਿ ਪਰਮਾਤਮਾ, ਇਹਨਾਂ ਵਿਕਾਰਾਂ ਤੋਂ ਤੂੰ ਹੀ ਸਾਨੂੰ ਬਚਾਉਣ ਵਾਲਾ ਹੈ। ਜਦੋਂ ਪਰਮਾਤਮਾ ਨੂੰ ਸਾਡਾ ਪਿਆਰ ਜਾਗਦਾ ਹੈ, ਫਿਰ ਉਹ ਕਿਰਪਾ ਕਰਦਾ ਹੈ। ਜਦੋਂ ਫਿਰ ਉਸ ਦੀ ਕਿਰਪਾ ਹੁੰਦੀ ਹੈ ਤੇ ਹਰ ਤਰ੍ਹਾਂ ਦੇ ਵਿਕਾਰਾਂ ਤੋਂ ਇਨਸਾਨ ਮੁਕਤ ਹੋ ਜਾਂਦਾ ਹੈ। ਤੇ ਜਿਹੜੇ ਮੁਕਤ ਹੁੰਦੇ ਨੇ, ਔਰ ਬੜੇ ਹੀ ਮੁਕਤ ਹੁੰਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੱਚੇ ਮਨੋਂ ਅਰਦਾਸ ਕਰਦੇ ਆ, ਜਪਦੇ ਨੇ, ਉਹਨਾਂ ਦੇ ਹੀ ਘਰਾਂ ਦੇ ਤੇ ਦਿਲਾਂ ਦੇ ਵਿਹੜੇ ਸਦਾ ਖੁਸ਼ੀਆਂ ਦੇ ਨਾਲ ਮਹਿਕਦੇ ਰਹਿੰਦੇ ਨੇ। रंग बदलना दोस्तों जिसकी पहचान है, एक गिरगिट ते दूजा इंसान है। उम्मीद करते हैं कि पहले प्रोग्रामां की तरह तुहानूं इस हफ्ते का प्रोग्राम भी पसंद आया होगा। अपनी फीडबैक देते रहना। हुण मिलते हैं असीं अगले हफ्ते एक नवा प्रोग्राम लैके। तद तक तुहाडा ते साडा रब राखा।